खुदा ने 6 ਦਿਨਾਂ ਵਿੱਚ ਸਾਰੀ ਜ਼ਮੀਨ ਆਸਮਾਨ ਨੂੰ ਤਖਲੀਕ ਕਰਕੇ ਮੁਕੰਮਲ ਕੀਤਾ ਤੇ 7ਵੇਂ ਦਿਨ ਆਰਾਮ ਕੀਤਾ। ਅੱਜ ਸਾਨੂੰ ਵੀ ਲੋੜ ਹੈ ਕਿ ਅਸੀਂ ਖੁਦਾ ਉੱਤੇ ਭਰੋਸਾ ਕਰੀਏ, ਆਪਣੀ ਜ਼ਿੰਮੇਦਾਰੀਆਂ ਵਫਾਦਾਰੀਆਂ ਨਾਲ ਨਿਭਾਈਏ ਤੇ ਉਹਦੇ ਹੁਕਮ ਦੇ ਮੁਤਾਬਿਕ ਜ਼ਿੰਦਗੀ ਗੁਜ਼ਾਰੀਏ। ਜਿਵੇਂ ਖੁਦਾ ਨੇ ਤਖਲੀਕ ਨੂੰ ਤਰਤੀਬ ਨਾਲ ਮੁਕੰਮਲ ਕੀਤਾ, ਐਵੇਂ ਅਸੀਂ ਵੀ ਆਪਣੀ ਜ਼ਿੰਦਗੀ ਖੁਦਾ ਦੀ ਮਰਜ਼ੀ ਦੇ ਮੁਤਾਬਿਕ ਬਣਾਈਏ। ਜ਼ਮੀਨ, ਸੂਰਜ ਤੇ ਤਾਰਿਆਂ ਦੇ ਹੋਣ ਤੋਂ ਬਹੁਤ ਪਹਿਲੇ ਖੁਦਾ ਮੌਜੂਦ ਸੀ। ਉਹ ਹਮੇਸ਼ਾ ਤੋਂ ਮੌਜੂਦ ਹੈ। ਫਿਰ ਖੁਦਾ ਨੇ ਉਹ ਸਭ ਕੁਝ ਬਣਾਉਣਾ ਸ਼ੁਰੂ ਕੀਤਾ ਜਿਹੜਾ ਅਸੀਂ ਆਪਣੇ ਉੱਤੇ ਤੇ ਆਪਣੇ ਇਰਦ ਗਿਰਦ ਵੇਖਦੇ ਹਾਂ। ਸ਼ੁਰੂ ਵਿੱਚ ਇਹ ਜ਼ਮੀਨ ਉਜੜੀ ਪਈ ਸੀ। ਇੱਥੇ ਨਾ ਕੋਈ ਪਹਾੜ ਸਨ ਤੇ ਨਾ ਵਾਦੀਆਂ, ਨਾ ਦਰਿਆ ਸਨ ਤੇ ਨਾ ਕੋਈ ਪਿੰਡ ਜਾਂ ਸ਼ਹਿਰ ਜਿਵੇਂ ਅਸੀਂ ਅੱਜ ਵੇਖਦੇ ਹਾਂ। ਹਰ ਪਾਸੇ ਹਨੇਰਾ ਸੀ ਤੇ ਜ਼ਮੀਨ ਡੂੰਘੇ ਪਾਣੀ ਨਾਲ ਢਕੀ ਹੋਈ ਸੀ, ਪਰ ਖੁਦਾ ਉੱਥੇ ਮੌਜੂਦ ਸੀ। ਖੁਦਾ ਨੇ ਫਰਮਾਇਆ ਰੋਸ਼ਨੀ ਹੋਵੇ ਤੇ ਰੋਸ਼ਨੀ ਹੋ ਗਈ। ਖੁਦਾ ਨੇ ਵੇਖਿਆ ਕਿ ਜੋ ਉਹਨੇ ਬਣਾਇਆ ਸੀ ਉਹ ਚੰਗਾ ਹੈ। ਖੁਦਾ ਨੇ ਰੋਸ਼ਨੀ ਨੂੰ ਹਨੇਰੇ ਤੋਂ ਅਲੱਗ ਕਰ ਦਿੱਤਾ। ਉਹਨੇ ਰੋਸ਼ਨੀ ਨੂੰ ਦਿਨ ਆਖਿਆ ਤੇ ਹਨੇਰੇ ਨੂੰ ਰਾਤ ਆਖਿਆ। ਇਹ ਉਹ ਕੰਮ ਸੀ ਜਿਹੜਾ ਖੁਦਾ ਨੇ ਪਹਿਲੇ ਦਿਨ ਕੀਤਾ। ਹਰ ਪਾਸੇ ਬਹੁਤ ਸਾਰਾ ਪਾਣੀ ਸੀ। ਦੂਜੇ ਦਿਨ ਖੁਦਾ ਨੇ ਪਾਣੀ ਦੇ ਇੱਕ ਹਿੱਸੇ ਨੂੰ ਦੂਜੇ ਹਿੱਸੇ ਤੋਂ ਵੱਖ ਕਰ ਦਿੱਤਾ ਤੇ ਦੋਹਾਂ ਪਾਣੀਆਂ ਦੇ ਵਿਚਕਾਰ ਇੱਕ ਵਿਚਲਾ ਥਾਂ ਬਣਾ ਦਿੱਤਾ। ਖੁਦਾ ਨੇ ਇਸ ਵਿਚਲੇ ਥਾਂ ਦਾ ਨਾਂ ਆਸਮਾਨ ਰੱਖਿਆ। ਇਸ ਤਰ੍ਹਾਂ ਆਸਮਾਨ ਦੇ ਉੱਤੇ ਵੀ ਪਾਣੀ ਸੀ ਤੇ ਜ਼ਮੀਨ ਦੇ ਥੱਲੇ ਵੀ ਪਾਣੀ ਸੀ। ਤੀਜੇ ਦਿਨ ਖੁਦਾ ਨੇ ਆਸਮਾਨ ਥੱਲੇ ਵਾਲੇ ਪਾਣੀ ਵਿੱਚੋਂ ਜ਼ਮੀਨ ਨੂੰ ਉਭਾਰਿਆ। ਜ਼ਮੀਨ ਨਜ਼ਰ ਆ ਗਈ ਤੇ ਸੁੱਕ ਗਈ। ਖੁਦਾ ਨੇ ਸੁੱਕੀ ਜ਼ਮੀਨ ਦਾ ਨਾਂ ਖੁਸ਼ਕੀ ਰੱਖਿਆ ਤੇ ਜਿਹੜੇ ਪਾਣੀ ਇੱਕ ਪਾਸੇ ਇਕੱਠੇ ਹੋ ਗਏ ਉਹਨਾਂ ਦਾ ਨਾਂ ਸਮੁੰਦਰ ਰੱਖਿਆ। ਖੁਦਾ ਨੇ ਵੇਖਿਆ ਕਿ ਇਹ ਸਭ ਕੁਝ ਚੰਗਾ ਹੈ। ਤੀਜੇ ਦਿਨ ਹੀ ਖੁਦਾ ਨੇ ਫਰਮਾਇਆ, ਮੈਂ ਚਾਹੁੰਦਾ ਵਾਂ ਕਿ ਖੁਸ਼ਕੀ ਉੱਤੇ ਹਰ ਕਿਸਮ ਦੇ ਬੂਟੇ ਤੇ ਦਰਖਤ ਉਗਣ। ਤੇ ਇਹੋ ਜਿਹਾ ਹੋਇਆ। ਸਾਰੇ ਬੂਟਿਆਂ ਨੇ ਬੀਜ ਪੈਦਾ ਕੀਤੇ ਤੇ ਸਾਰੇ ਦਰਖਤਾਂ ਨੂੰ ਫਲ ਲੱਗੇ ਜਿਨ੍ਹਾਂ ਵਿੱਚ ਬੀਜ ਸਨ, ਤਾਂ ਜੋ ਬੂਟੇ ਤੇ ਦਰਖਤ ਹਮੇਸ਼ਾ ਵੱਧਦੇ ਫਲਦੇ ਰਹਿਣ। ਖੁਦਾ ਨੇ ਵੇਖਿਆ ਕਿ ਇਹ ਸਭ ਕੁਝ ਚੰਗਾ ਹੈ। ਚੌਥੇ ਦਿਨ ਖੁਦਾ ਨੇ ਆਸਮਾਨ ਵਿੱਚ ਵੱਡੀਆਂ ਰੋਸ਼ਨੀਆਂ ਬਣਾਈਆਂ, ਸੂਰਜ, ਚੰਦ ਤੇ ਤਾਰੇ। ਉਹਨਾਂ ਨੇ ਜ਼ਮੀਨ ਉੱਤੇ ਰੋਸ਼ਨੀ ਕਰਨੀ ਸੀ ਤੇ ਉਹਨਾਂ ਦੇ ਜ਼ਰੀਏ ਲੋਕਾਂ ਨੂੰ ਮੌਸਮ ਬਦਲਣ ਦਾ ਪਤਾ ਲੱਗਣਾ ਸੀ। ਸੂਰਜ ਦਿਨ ਉੱਤੇ ਹਕੂਮਤ ਕਰਨ ਲਈ ਸੀ ਤੇ ਚੰਨ ਤੇ ਤਾਰੇ ਰਾਤ ਲਈ ਸਨ। ਖੁਦਾ ਨੇ ਵੇਖਿਆ ਕਿ ਇਹ ਸਭ ਕੁਝ ਚੰਗਾ ਹੈ। ਪੰਜਵੇਂ ਦਿਨ ਖੁਦਾ ਨੇ ਮੱਛੀਆਂ ਤੇ ਹੋਰ ਬਹੁਤ ਸਾਰੀਆਂ ਜਾਨਦਾਰ ਮਖਲੂਕ ਬਣਾਈਆਂ ਤੇ ਉਹਨਾਂ ਨੂੰ ਦੂਰ ਦੂਰ ਦੇ ਸਮੁੰਦਰਾਂ ਤੇ ਪਾਣੀਆਂ ਵਿੱਚ ਰਹਿਣ ਲਈ ਪੈਦਾ ਕੀਤਾ। ਖੁਦਾ ਨੇ ਮੱਛੀਆਂ ਨੂੰ ਬਰਕਤ ਦਿੱਤੀ ਤੇ ਫਰਮਾਇਆ, ਤੁਸੀਂ ਬਹੁਤ ਸਾਰੇ ਬੱਚੇ ਪੈਦਾ ਕਰੋ ਤੇ ਵਧੋ ਫੁੱਲੋ, ਸਾਰੇ ਪਾਣੀਆਂ ਵਿੱਚ ਫੈਲ ਜਾਓ ਤੇ ਉੱਥੇ ਵਸੋ। ਪੰਜਵੇਂ ਦਿਨ ਹੀ ਖੁਦਾ ਨੇ ਕਈ ਕਿਸਮਾਂ ਦੇ ਪਰਿੰਦੇ ਵੀ ਬਣਾਏ। ਉਹਨੇ ਪਰਿੰਦਿਆਂ ਨੂੰ ਬਰਕਤ ਦਿੱਤੀ ਤੇ ਆਖਿਆ, ਤੁਸੀਂ ਬਹੁਤ ਸਾਰੇ ਬੱਚੇ ਪੈਦਾ ਕਰੋ ਤੇ ਵਧੋ ਫੁੱਲੋ, ਜ਼ਮੀਨ ਦੇ ਹਰ ਪਾਸੇ ਫੈਲ ਜਾਓ ਤੇ ਉੱਥੇ ਵਸੋ। ਖੁਦਾ ਨੇ ਵੇਖਿਆ ਕਿ ਇਹ ਸਭ ਕੁਝ ਚੰਗਾ ਹੈ। ਛੇਵੇਂ ਦਿਨ ਖੁਦਾ ਨੇ ਹਰ ਕਿਸਮ ਦੇ ਜੰਗਲੀ ਜਾਨਵਰ ਤੇ ਉਹ ਸਾਰੀਆਂ ਮਖਲੂਕ ਬਣਾਈਆਂ ਜਿਹੜੀਆਂ ਜ਼ਮੀਨ ਉੱਤੇ ਰੀਗਦੀਆਂ ਫਿਰਦੀਆਂ ਨੇ। ਉਹਨੇ ਘਰੇਲੂ ਜਾਨਵਰ ਵੀ ਬਣਾਏ, ਜਿਵੇਂ ਗਾਵਾਂ, ਬੱਕਰੀਆਂ, ਭੇਡਾਂ, ਊਂਟ ਤੇ ਖੋਤੇ। ਖੁਦਾ ਨੇ ਵੇਖਿਆ ਇਹ ਸਭ ਕੁਝ ਚੰਗਾ ਹੈ।
खुदा ने ਜ਼ਮੀਨ ਵਿੱਚੋਂ ਪਾਣੀ ਵੀ ਕੱਢਿਆ, ਜਿਵੇਂ ਓਸ ਜਾਂ ਨਮੀ, ਤਾਂ ਜੋ ਬੂਟੇ ਤੇ ਦਰਖਤ ਚੰਗੀ ਤਰ੍ਹਾਂ ਵਧਣ ਫੁੱਲਣ। ਖੁਰਾਕ ਵਾਲੇ ਬੂਟੇ ਖੂਬ ਪੈਦਾ ਹੋਏ, ਹਾਲਾਂਕਿ ਉਹਨਾਂ ਦੀ ਦੇਖਭਾਲ ਜਾਂ ਕਾਸ਼ਤ ਕਰਨ ਵਾਲਾ ਕੋਈ ਇਨਸਾਨ ਮੌਜੂਦ ਨਹੀਂ ਸੀ। ਫਿਰ 6ਵੇਂ ਦਿਨ ਖੁਦਾ ਨੇ ਫਰਮਾਇਆ, ਆਓ ਅਸੀਂ ਇਨਸਾਨ ਨੂੰ ਆਪਣੀ ਸੂਰਤ ਉੱਤੇ ਬਣਾਈਏ ਤਾਂ ਜੋ ਉਹ ਜ਼ਮੀਨ ਉੱਤੇ ਇਖਤਿਆਰ ਰੱਖੇ। ਫਿਰ ਖੁਦਾ ਨੇ ਆਪਣੇ ਹੱਥਾਂ ਨਾਲ ਜ਼ਮੀਨ ਦੀ ਮਿੱਟੀ ਤੋਂ ਇੱਕ ਆਦਮੀ ਬਣਾਇਆ ਤੇ ਉਹਦੇ ਨੰਥਨੇ ਵਿੱਚ ਜ਼ਿੰਦਗੀ ਦਾ ਸਾਹ ਫੂਕਿਆ। ਇਸ ਤਰ੍ਹਾਂ ਪਹਿਲਾ ਆਦਮੀ ਜ਼ਿੰਦਾ ਜਾਨਦਾਰ ਬਣ ਗਿਆ। ਖੁਦਾ ਨੇ ਜੋ ਕੁਝ ਵੀ ਬਣਾਇਆ ਸੀ ਉਹ ਸਭ ਬਹੁਤ ਚੰਗਾ ਸੀ। ਖੁਦਾ ਆਪਣੀ ਸਾਰੀ ਤਖਲੀਕ ਤੋਂ ਖੁਸ਼ ਸੀ। ਖੁਦਾ ਜਾਣਦਾ ਸੀ ਕਿ ਆਦਮੀ ਦਾ ਇਕੱਲਾ ਰਹਿਣਾ ਚੰਗਾ ਨਹੀਂ। ਉਹ ਚਾਹੁੰਦਾ ਸੀ ਕਿ ਆਦਮੀ ਦੇ ਨਾਲ ਉਹਦੇ ਵਰਗਾ ਇੱਕ ਸਾਥੀ ਹੋਵੇ ਜਿਹੜਾ ਉਹਦਾ ਮਦਦਗਾਰ ਤੇ ਹਮ ਸਫਰ ਬਣੇ। ਖੁਦਾ ਸਾਰੇ ਪਰਿੰਦਿਆਂ ਤੇ ਜਾਨਵਰਾਂ ਨੂੰ ਆਦਮ ਦੇ ਕੋਲ ਲੈ ਆਇਆ। ਆਦਮ ਨੇ ਹਰ ਕਿਸਮ ਦੇ ਜਾਨਵਰ ਤੇ ਪਰਿੰਦਿਆਂ ਨੂੰ ਵੇਖਿਆ ਤੇ ਉਹਨਾਂ ਦੇ ਨਾਂ ਰੱਖੇ। ਇਸ ਤਰ੍ਹਾਂ ਆਦਮ ਨੂੰ ਅਹਿਸਾਸ ਹੋਇਆ ਕਿ ਉਹਦੇ ਲਈ ਕੋਈ ਮੁਨਾਸਿਬ ਸਾਥੀ ਮੌਜੂਦ ਨਹੀਂ ਸੀ। ਫਿਰ ਖੁਦਾ ਨੇ ਆਦਮ ਉੱਤੇ ਗਹਿਰੀ ਨੀਂਦ ਤਾਰੀ ਕਰ ਦਿੱਤੀ। ਜਦੋਂ ਉਹ ਸੁੱਤਾ ਹੋਇਆ ਸੀ ਤਾਂ ਖੁਦਾ ਨੇ ਉਹਦੇ ਪਾਸੇ ਵਿੱਚੋਂ ਇੱਕ ਪਸਲੀ ਲੈ ਲਈ। ਫਿਰ ਖੁਦਾ ਨੇ ਆਦਮ ਦੀ ਪਸਲੀ ਤੋਂ ਇੱਕ ਨਵਾਂ ਇਨਸਾਨ ਬਣਾਇਆ। ਉਹ ਇੱਕ ਔਰਤ ਸੀ। ਜਦੋਂ ਖੁਦਾ ਨੇ ਆਦਮੀ ਨੂੰ ਨੀਂਦ ਤੋਂ ਜਗਾਇਆ ਤਾਂ ਉਹ ਔਰਤ ਨੂੰ ਉਹਦੇ ਕੋਲ ਲੈ ਆਇਆ। ਉਹ ਆਦਮੀ ਦੀ ਸਾਥੀ ਬਣ ਕੇ ਉਹਦੇ ਨਾਲ ਰਵੇਗੀ। ਉਹ ਉਹਦੇ ਵਰਗੀ ਸੀ ਕਿਉਂਕਿ ਉਹ ਆਦਮੀ ਦੇ ਆਪਣੇ ਜਿਸਮ, ਹੱਡੀਆਂ ਤੇ ਗੋਸ਼ਤ ਤੋਂ ਬਣਾਈ ਗਈ ਸੀ। ਆਦਮੀ ਔਰਤ ਨੂੰ ਵੇਖ ਕੇ ਬਹੁਤ ਖੁਸ਼ ਹੋਇਆ ਤੇ ਉਹਨੇ ਖੁਸ਼ੀ ਵਿੱਚ ਇਹ ਬੋਲ ਕਹੇ, ਮੈਂ ਤੇਰਾ ਨਾਂ ਔਰਤ ਰੱਖਾਂਗਾ, ਤੂੰ ਮੇਰੀ ਸਾਥੀ ਹੋਵੇਂਗੀ। ਖੁਦਾ ਨੇ ਤੈਨੂੰ ਮੇਰੇ ਆਪਣੇ ਜਿਸਮ ਤੋਂ ਬਣਾਇਆ ਹੈ। ਗਰਚੇ ਮਰਦ ਤੇ ਔਰਤ ਨੰਗੇ ਸਨ, ਫਿਰ ਵੀ ਉਹਨਾਂ ਨੂੰ ਕੋਈ ਸ਼ਰਮ ਮਹਿਸੂਸ ਨਾ ਹੁੰਦੀ ਸੀ। ਖੁਦਾ ਨੇ ਮਰਦ ਤੇ ਔਰਤ ਨੂੰ ਆਖਿਆ, ਬਹੁਤ ਸਾਰੇ ਬੱਚੇ ਪੈਦਾ ਕਰੋ ਤਾਂ ਜੋ ਲੋਕ ਸਾਰੀ ਜ਼ਮੀਨ ਉੱਤੇ ਵਸਣ। ਇਹੋ ਵਜ੍ਹਾ ਹੈ ਕਿ ਅੱਜ ਵੀ ਮਰਦ ਤੇ ਔਰਤ ਆਪਸ ਵਿੱਚ ਵਿਆਹ ਕਰਦੇ ਨੇ। ਜਦੋਂ ਇੱਕ ਮਰਦ ਤੇ ਇੱਕ ਔਰਤ ਵਿਆਹ ਕਰਦੇ ਨੇ ਤਾਂ ਖੁਦਾ ਦੀ ਮਰਜ਼ੀ ਹੈ ਕਿ ਉਹ ਇੱਕ ਦੂਜੇ ਦੇ ਨਾਲ ਰਹਿਣ। ਉਹਨਾਂ ਨੂੰ ਹਮੇਸ਼ਾ ਆਪਣੇ ਹੀ ਸਾਥੀ ਦੇ ਨਾਲ ਵਫਾਦਾਰੀ ਨਾਲ ਰਹਿਣਾ ਚਾਹੀਦਾ ਹੈ। ਉਹ ਦੋਵੇਂ ਇੱਕ ਨਵਾਂ ਟੱਬਰ ਸ਼ੁਰੂ ਕਰਦੇ ਨੇ ਤੇ ਆਪਣੇ ਮਾਂ-ਪਿਓ ਤੋਂ ਅਲੱਗ ਰਿਹਾਇਸ਼ ਇਖਤਿਆਰ ਕਰਦੇ ਨੇ। ਨਾਲੇ ਖੁਦਾ ਨੇ ਇੱਕ ਖਾਸ ਬਾਗ ਵੀ ਲਾਇਆ ਹੋਇਆ ਸੀ। ਉਸ ਬਾਗ ਵਿੱਚ ਹਰ ਕਿਸਮ ਦੇ ਬਹੁਤ ਸਾਰੇ ਦਰਖਤ ਸਨ। ਉਹ ਬੜੇ ਸੋਹਣੇ ਸਨ ਤੇ ਉਹਨਾਂ ਦੇ ਫਲ ਬੜੇ ਸਵਾਦਲੇ ਤੇ ਲਜ਼ੀਜ਼ ਸਨ। ਖੁਦਾ ਨੇ ਉਹ ਦੋਹਾਂ ਬੰਦਿਆਂ ਨੂੰ ਲੈ ਕੇ ਉਸ ਖਾਸ ਬਾਗ ਵਿੱਚ ਰੱਖ ਦਿੱਤਾ। ਉਹਨਾਂ ਨੂੰ ਆਖਿਆ, ਦਰਖਤਾਂ ਤੇ ਬੂਟਿਆਂ ਦੀ ਚੰਗੀ ਤਰ੍ਹਾਂ ਦੇਖਭਾਲ ਕਰੋ ਤੇ ਉਹਨਾਂ ਦੇ ਫਲ ਖਾਓ। ਸਾਰੇ ਜਾਨਵਰਾਂ ਤੇ ਪੌਦਿਆਂ ਦੀ ਜ਼ਿੰਮੇਦਾਰੀ ਤੁਹਾਡੇ ਉੱਤੇ ਹੈ। ਤੁਸੀਂ ਉਹਨਾਂ ਦੀ ਨਿਗਰਾਨੀ ਤੇ ਦੇਖਭਾਲ ਕਰੋ। ਜਦੋਂ ਖੁਦਾ ਆਪਣੀ ਸਾਰੀ ਤਖਲੀਕ ਮੁਕੰਮਲ ਕਰ ਚੁੱਕਿਆ ਤੇ ਉਹ ਸਭ ਕੁਝ ਬਣਾ ਲਿਆ ਜੋ ਉਹ ਬਣਾਉਣਾ ਚਾਹੁੰਦਾ ਸੀ, ਤਾਂ ਉਹਨੇ 7ਵੇਂ ਦਿਨ ਕੰਮ ਨਾ ਕੀਤਾ। ਇਸ ਲਈ ਉਹ ਚਾਹੁੰਦਾ ਹੈ ਕਿ ਲੋਕ 6 ਦਿਨ ਕੰਮ ਕਰਨ ਤੇ ਫਿਰ ਆਰਾਮ ਕਰਨ। ਖੁਦਾ ਨੇ ਆਖਿਆ, 7ਵਾਂ ਦਿਨ ਹੋਰ ਸਾਰੇ ਦਿਨਾਂ ਤੋਂ ਵੱਖਰਾ ਤੇ ਮੁਕੱਦਸ ਹੈ। ਇਸ ਤਰ੍ਹਾਂ ਖੁਦਾ ਨੇ ਪਹਿਲੇ ਇਨਸਾਨਾਂ ਲਈ ਸਾਰੀਆਂ ਚੀਜ਼ਾਂ ਤਿਆਰ ਕੀਤੀਆਂ ਤੇ ਇਸ ਤਰ੍ਹਾਂ ਹੀ ਉਹਨਾਂ ਨੂੰ ਮਰਦ ਤੇ ਔਰਤ ਬਣਾ ਕੇ ਪੈਦਾ ਕੀਤਾ।